वाहिगुरू जी का खालसा श्री वाहिगुरू जी की फतेह। वाहिगुरू जी का खालसा श्री वाहिगुरू जी की फतेह। वीरो, मैं एक तुहाडे नाल एक बेनती या एक गल करनी चाहुंदा। ये गल वोटां दे उत्ते ढुकदी है, वोट बटोरू पार्टियां दे उत्ते ढुकदी है कि जिहड़ियां पार्टियां वोटां दे समय दे विच वोटां लैण वास्ते आउंदियां तां लोकां दे नाल बहुत वड्डे वादे कीते हुंदे, उन्हां ने लारे लाए हुंदे आ भी असीं तुहानूं गरीबी दी दलदल दे विचों कढ देंगे, तुहानूं असीं रोज़गार देंगे, तुहानूं असीं नौकरियां देंगे जां तुहाडे घरां दे विचों बेरोज़गारी ते गरीबी कंगाली कढ देवांगे। पर जदों लोग उन्हां झांसियां दे विच आ के, उन्हां लालच दे विच आ के, उन्हां दी गल नूं मन के इन्हां लीडर ते वोट बटोरू पार्टियां नूं जदों वोटां पाउंदे आ तां उस तो बाद की हुंदा है, जदों वोटां लैके राजगद्दियां ते बैठ जांदे आ, कुर्सियां संभाल लैंदे आ, तां जिन्हां घरां दे विचों मुहल्लियां दे विचों जां गलियां कस्बियां पिंडां दे विचों उन्हां ने मंगतिआं वांगू वोटां मंगियां हुंदियां तां उन्हां दा फिर ओह टिकाणा सथान जां जिथे उन्हां ने आण के वोटां लैणियां हुंदियां उन्हां दे सथान, उन्हां दे नाम, पिंडां दे नाम, कस्बिਆਂ ਦੇ नाम ਉਹ दिल ਦੇ ਵਿੱਚੋਂ ਭੁੱਲ ਜਾਂਦੇ ਹਨ। ਵੋਟਾਂ ਲੈਣ ਸਮੇਂ ਉਹਨਾਂ ਦਾ ਕੋਈ ਇਰਾਦਾ ਪਹਿਲੇ ਹੋਰ ਹੁੰਦਾ ਤੇ ਜਦੋਂ ਵੋਟਾਂ ਲਈਆਂ ਜਾਂਦੀਆਂ ਉਦੋਂ ਉਹਨਾਂ ਦਾ ਇਰਾਦਾ ਹੋਰ ਹੋ ਜਾਂਦਾ ਹੈ। ਇੱਕ ਜਿਹੀ ਹੀ ਇੱਕ ਮੈਂ ਇੱਕ ਚੁਟਕਲਾ ਸੁਣਾਵਾਂਗਾ ਤੁਹਾਨੂੰ। ਇਹ ਚੁਟਕਲਾ ਉਹਨਾਂ ਦੇ ਉੱਤੇ ਢੁਕਦਾ ਹੈ ਕਿ ਜਿਹੜੀਆਂ ਅੱਜ ਸਰਕਾਰਾਂ ਨੂੰ ਅਸੀਂ ਅਕਾਲੀ ਦਲ ਸਰਕਾਰ ਨੂੰ ਵੀ 10 ਸਾਲ ਦੇਖਿਆ, 15 ਸਾਲ ਦੇਖਿਆ, ਕਾਂਗਰਸ ਪਾਰਟੀ ਨੂੰ ਵੀ ਆਏ ਵਾਰ 5 ਸਾਲ ਬਾਅਦ ਅਸੀਂ ਬਣਾ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਪਾਰਟੀ ਨੂੰ ਅਸੀਂ ਬਣਾਉਂਦੇ ਹਾਂ। ਤਾਂ ਇਸ ਵਾਰ ਕੀ ਹੋਇਆ ਵੀ ਬੜੇ ਹੀ ਜੋਸ਼ ਦੇ ਨਾਲ ਲੋਕਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਬੜਾ ਹੀ ਗੁੱਸਾ ਸੀ ਕਿ ਅਸੀਂ ਇਹਨਾਂ ਦੋਵਾਂ ਪਾਰਟੀਆਂ ਤੋਂ ਅੱਕ ਥੱਕ ਚੁੱਕੇ ਹਾਂ ਅਤੇ ਅਸੀਂ ਨਵੀਂ ਧਿਰ ਨੂੰ ਖੜ੍ਹਾ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਲੋਕਾਂ ਦਾ ਕੁਝ ਸਵਾਰਿਆ ਜਾ ਸਕੇ, ਲੋਕਾਂ ਨੂੰ ਕੁਝ ਸੇਧ ਮਿਲ ਜੇ, ਬੇਰੁਜ਼ਗਾਰੀ ਖਤਮ ਹੋ ਜੇ, ਗਰੀਬੀ ਦੀ ਦਲਦਲ ਦੇ ਵਿੱਚੋਂ ਕੱਢ ਲਿਆ ਜਾਵੇ। ਸਾਡੇ ਜਿਹੜੀ ਗਰੀਬੀ ਇੱਕ ਬਹੁਤ ਵੱਡਾ ਸ਼ਰਾਪ ਹੈ, ਇਹ ਗਰੀਬੀ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਇੱਕ ਉਹ ਪਾਰਟੀ ਆਈ ਹੈ, ਉਸ ਪਾਰਟੀ ਨੂੰ ਅਸੀਂ ਬਣਾਵਾਂਗੇ ਅਤੇ ਸਾਨੂੰ ਉਹ ਗਰੀਬੀ ਦੀ ਦਲਦਲ ਦੇ ਵਿੱਚੋਂ ਕੱਢ ਲਵੇਗੀ। ਪਰ ਹੋਇਆ ਕੀ ਹੈ, ਇਸ ਦੇ ਬਿਲਕੁਲ ਉਲਟ ਹੋਇਆ ਹੈ ਕਿ ਜਿਹੜੀ ਇੰਨੇ ਜੋਸ਼ੋ ਖਰੋਸ਼ ਦੇ ਨਾਲ ਲੋਕਾਂ ਨੇ ਬੜੇ ਹੀ ਵੱਡੇ ਜੋਸ਼ ਖਰੋਸ਼ ਦੇ ਨਾਲ ਇਹਨਾਂ ਪਾਰਟੀਆਂ ਨੂੰ, ਆਮ ਆਦਮੀ ਪਾਰਟੀ ਨੂੰ ਬੜੇ ਜ਼ਬਰਦਸਤ ਸੀਟਾਂ ਦੇ ਨਾਲ ਇਹਨਾਂ ਨੂੰ ਸੱਤਾ ਵਿੱਚ ਲਿਆ ਕੇ ਬਿਠਾਇਆ ਤਾਂ ਉਹਨਾਂ ਦਾ, ਜਨਤਾ ਦਾ ਉਹ ਮੁੱਲ ਅੱਜ ਤੱਕ 3 ਮਹੀਨਿਆਂ ਜਾਂ 3.5 ਮਹੀਨੇ ਦਾ ਵਕਤ ਹੋ ਚੁੱਕਿਆ, ਉਹਦੇ ਵਿੱਚੋਂ 1% ਵੀ ਉਹ ਕਰਜ਼ ਉਤਾਰ ਨਹੀਂ ਪਾਏ। ਜਨਤਾ ਦਾ ਕਰਜ਼, ਬੜੇ ਵੱਡੇ ਵਾਅਦੇ ਲਾਰੇ ਅਤੇ ਝੂਠੇ ਲਾਰੇ, ਮੈਂ ਕਹੂੰਗਾ ਝੂਠੇ ਲਾਰੇ ਲਾ ਕੇ ਵੋਟਾਂ ਪਵਾਉਣ ਦੀ ਖਾਤਰ ਬਹੁਤ ਪੱਬਾਂ ਭਾਰ ਹੋਏ ਰਹੇ ਨੇ ਅਤੇ ਲੋਕਾਂ ਨੇ ਵੀ ਬੜਾ ਜ਼ੋਰ ਲਾ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿਉਂਕਿ ਬਦਲਵਾਂ ਹੱਲ ਨਿਕਲ ਆਵੇ। ਹੁਣ ਇਸੇ ਤਰ੍ਹਾਂ ਦਾ ਇੱਕ ਚੁਟਕਲਾ ਹੈ, ਮੈਂ ਸੁਣਾਉਣਾ ਚਾਹੁੰਦਾ ਤੁਹਾਨੂੰ। ਵੀਰ ਨੂੰ ਇੱਕ ਚੁਰਾਹੇ ਦੇ ਵਿੱਚ ਇੱਕ ਗਧਾ ਪਿਆ ਸੀ, ਉਸ ਗਧੇ ਦੇ ਸੱਟ ਲੱਗੀ ਹੋਈ ਸੀ, ਉਸ ਗਧੇ ਦੇ ਸੱਟ ਲੱਗੀ ਹੋਈ ਸੀ ਅਤੇ ਚੁਰਾਹੇ 'ਚ ਪਿਆ ਤਾਂ ਉਹਦੇ ਇੱਕ ਨਾ ਸੱਟ ਲੱਗਣ ਦੇ ਨਾਲ ਉਹਦੇ ਇੱਕ ਜ਼ਖਮ ਬਣ ਗਿਆ। ਉਸ ਜ਼ਖਮ ਦੇ ਉੱਤੇ ਮੱਖੀਆਂ ਭਿੰਨ ਭਿਨਾ ਰਹੀਆਂ ਸਨ। ਜਦੋਂ ਮੱਖੀਆਂ ਉਸ 'ਤੇ ਭਿੰਨ ਭਿਨਾ ਰਹੀਆਂ ਸਨ ਤਾਂ ਮੱਖੀਆਂ ਕੁਝ ਬੈਠੀਆਂ ਉਹਦਾ ਖੂਨ ਵੀ ਚੂਸ ਰਹੀਆਂ ਸਨ, ਉਹਨੂੰ ਦਰਦ ਹੋ ਰਹੀ ਸੀ ਅਤੇ ਜਿਹੜਾ ਗਧਾ ਸੀ, ਗਧਾ ਕੁਰਲਾ ਰਿਹਾ ਸੀ, ਰੋ ਰਿਹਾ ਸੀ। ਕਿਉਂਕਿ ਆਪਾਂ ਵੀ ਦੇਖਦੇ ਹਾਂ ਨਾ, ਜਦੋਂ ਕਿਸੇ ਆਪਣੇ ਇਨਸਾਨੀ ਜਾਂ ਆਪਣੇ ਸਰੀਰ 'ਤੇ ਕੋਈ ਜ਼ਖਮ ਹੋ ਜਾਂਦਾ ਹੈ
ਤਾਂ ਉਹ ਜ਼ਖਮ ਜਦੋਂ ਮੱਖੀ ਬੈਠਦੀ ਹੈ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ। ਉਹ ਜਦੋਂ ਖੂਨ ਚੂਸਦੀ ਹੈ ਨਾ ਤਾਂ ਦਰਦ ਹੁੰਦਾ। ਇਸੇ ਤਰ੍ਹਾਂ ਹੀ ਉਹ ਗਧੇ ਦੇ ਵੀ ਦਰਦ ਹੋਇਆ। ਮੱਖੀਆਂ ਵੀ ਬਹੁਤ ਗਿਣਤੀ ਦੇ ਵਿੱਚ ਬੈਠੀਆਂ ਹੋਈਆਂ ਸੀ ਅਤੇ ਉਸ ਖੂਨ ਨੂੰ ਚੂਸ ਰਹੀਆਂ ਸੀ। ਉੱਥੋਂ ਦੇ ਇੱਕ ਨਾ ਸਿਆਣਾ ਜਿਹਾ ਬਜ਼ੁਰਗ ਟੱਪਿਆ, ਮੋਢੇ ਦੇ ਉਹਨੇ ਸਾਫਾ ਰੱਖਿਆ ਹੋਇਆ। ਤਾਂ ਬਜ਼ੁਰਗ ਨੇ ਸੋਚਿਆ ਕਿ ਕਿਉਂ ਨਾ ਮੈਂ ਇਸ ਦਾ ਭਲਾ ਕਰਾਂ ਅਤੇ ਜਿਹੜੇ ਗਧੇ ਦੇ ਜ਼ਖਮ 'ਤੇ ਬੈਠੀਆਂ ਮੱਖੀਆਂ ਇਹਨਾਂ ਨੂੰ ਮੈਂ ਉਡਾ ਦਿੰਦਾ। ਉਸ ਬਜ਼ੁਰਗ ਨੇ, ਸਿਆਣੇ ਬਜ਼ੁਰਗ ਨੇ, ਭੱਦਰਪੁਰ ਬਜ਼ੁਰਗ ਨੇ ਕੀ ਕੀਤਾ, ਸਾਫੇ ਨੂੰ ਮੋਢੇ ਤੋਂ ਚੱਕਿਆ ਅਤੇ ਹਿਲਾਰ ਕੇ ਉਹ ਮੱਖੀਆਂ ਉਡਾ ਦਿੱਤੀਆਂ। ਹੁਣ ਜਿਹੜੀਆਂ ਉਹ ਮੱਖੀਆਂ ਸੀ ਉਹ ਰੱਜ ਚੁੱਕੀਆਂ ਸੀ ਅਤੇ ਵੈਸੇ ਹੀ ਉਸ ਜ਼ਖਮ 'ਤੇ ਬੈਠ ਕੇ ਆਰਾਮ ਫਰਮਾ ਰਹੀਆਂ ਸੀ। ਹੁਣ ਉਹ ਰੱਜੀਆਂ ਹੋਈਆਂ ਮੱਖੀਆਂ ਨੂੰ ਉਸ ਬਜ਼ੁਰਗ ਨੇ, ਉਸ ਸਿਆਣੇ ਜਿਹੇ ਬਜ਼ੁਰਗ ਨੇ ਉਡਾ ਦਿੱਤਾ ਹੈ। ਤਾਂ ਉਸ ਦੇ ਥਾਂ 'ਤੇ ਜਿਹੜੀਆਂ ਭੁੱਖੀਆਂ ਹੋਰ ਪਾਸੇ ਭਿੰਨ ਭਿਨਾ ਰਹੀਆਂ ਸੀ ਮੱਖੀਆਂ, ਉਸ ਦੀ ਵਾਰੀ ਤੱਕ ਰਹੀਆਂ ਸੀ ਵੀ ਸਾਡੀ ਵੀ ਵਾਰੀ ਆਉਣ ਦਿਓ, ਸਾਨੂੰ ਵੀ ਮੌਕਾ ਦਿਓ ਇਹਦਾ ਖੂਨ ਚੂਸਣ ਵਾਸਤੇ। ਤਾਂ ਉਹ ਜਿਹੜੀਆਂ ਭਿੰਨ ਭਿਨਾ ਰਹੀਆਂ ਮੱਖੀਆਂ ਆਸੇ ਪਾਸੇ ਸੀ, ਉਹਨਾਂ ਦੀ ਦਵਾ ਦਾਵ ਉੱਡੀਆਂ ਅਤੇ ਦਵਾ ਦਾਵ ਵੀ ਉਹਨਾਂ ਦੀ ਉਹਨਾਂ ਨੇ ਥਾਂ ਲੈ ਲਈ। ਉਸ ਥਾਂ 'ਤੇ ਉਹ ਕਾਬਜ਼ ਹੋ ਗਈਆਂ। ਜਦੋਂ ਉਹ ਕਾਬਜ਼ ਹੋਈਆਂ, ਉਹ ਮੱਖੀਆਂ ਨੇ ਫਿਰ ਜਿਹੜੀਆਂ ਭੁੱਖੀਆਂ ਮੱਖੀਆਂ ਆਈਆਂ ਸੀ ਨਾ, ਉਹਨਾਂ ਨੇ ਰੱਜ ਕੇ ਖੂਨ ਪੀਣਾ ਸ਼ੁਰੂ ਕਰ ਦਿੱਤਾ। ਜਦੋਂ ਖੂਨ ਪੀਣਾ ਉਹਦਾ ਸ਼ੁਰੂ ਕੀਤਾ ਅਤੇ ਇਹਦੇ ਨਾਲੋਂ ਵੱਧ ਗਧਾ ਜਿਹੜਾ ਸੀਗਾ ਉਹ ਕੁਰਲਾਇਆ ਅਤੇ ਰੋਇਆ। ਜਦੋਂ ਰੋਇਆ ਅਤੇ ਕੁਰਲਾਇਆ ਤਾਂ ਉਸ ਭੱਦਰਪੁਰ ਸਿਆਣੇ ਪੁਰਸ਼ ਨੇ ਪੁੱਛਿਆ ਗਧੇ ਨੂੰ ਪੁੱਛਿਆ ਵੀ ਤੂੰ ਹੁਣ ਰੋ ਕਿਉਂ ਰਿਹਾ? ਮੈਂ ਤਾਂ ਤੇਰੇ ਇੱਕ ਭਲੇ ਦਾ ਕੰਮ ਕੀਤਾ ਸੀ, ਆਪਦੇ ਸਾਫੇ ਦੇ ਨਾਲ ਰੁਕ ਕੇ, ਆਪਦੇ ਟਾਈਮ 'ਚੋਂ ਟਾਈਮ ਕੱਢ ਕੇ ਰੁਕ ਕੇ ਮੈਂ ਮੱਖੀਆਂ ਨੂੰ ਉਡਾਇਆ ਹੈ, ਤੇਰਾ ਮੈਂ ਭਲਾ ਕੀਤਾ ਅਤੇ ਇਹਦੇ ਵਿੱਚ ਤੂੰ ਰੋ ਰਿਹਾ ਹੁਣ। ਤਾਂ ਗਧਾ ਬੋਲਿਆ ਭੱਦਰਪੁਰਸ਼ ਨੂੰ, ਸਿਆਣੇ ਬਜ਼ੁਰਗ ਨੂੰ, ਕਹਿੰਦਾ ਬਜ਼ੁਰਗ ਜੀ ਗੱਲ ਸੁਣੋ ਮੇਰੀ, ਜਿਹੜੀਆਂ ਤੁਸੀਂ ਮੇਰੇ ਜ਼ਖਮ 'ਤੇ ਬੈਠੀਆਂ ਮੱਖੀਆਂ ਰੱਜੀਆਂ ਨੂੰ ਤੁਸੀਂ ਉਡਾ ਦਿੱਤਾ ਹੈ ਨਾ, ਇਹ ਤਾਂ ਵੈਸੇ ਹੀ ਆਰਾਮ ਫਰਮਾ ਰਹੀਆਂ ਸੀ, ਬੈਠ ਕੇ ਆਨੰਦ ਲੈ ਰਹੀਆਂ ਸੀ। ਅਤੇ ਜਿਹੜੀਆਂ ਤੁਸੀਂ ਉਡਾ ਕੇ ਜਿਹੜੀਆਂ ਰੱਜੀਆਂ ਹੋਈਆਂ ਮੱਖੀਆਂ ਨੂੰ ਉਡਾ ਦਿੱਤਾ ਨਾ, ਇਹਦੇ ਥਾਂ 'ਤੇ ਹੁਣ ਭੁੱਖੀਆਂ ਮੱਖੀਆਂ ਆਣ ਕੇ ਕਾਬਜ਼ ਹੋਈਆਂ ਨੇ ਅਤੇ ਉਹਨਾਂ ਮੇਰਾ ਵੱਧ ਖੂਨ ਚੂਸਿਆ ਤਾਂ ਮੈਨੂੰ ਦਰਦ ਹੋ ਰਹੀ ਹੈ, ਕੋਹਾਂ ਦਰਦ ਹੋ ਰਹੀ ਹੈ। ਇਹ ਦਰਦ ਦਾ ਮੈਨੂੰ ਅਹਿਸਾਸ ਹੈ, ਹੋਰ ਕਿਸੇ ਨੂੰ ਅਹਿਸਾਸ ਨਹੀਂ। ਤਾਂ ਬਜ਼ੁਰਗ ਨੂੰ ਉਹ ਗੱਲ ਸਮਝ ਆਈ ਕਿ ਵਾਕਈ ਗੱਲ ਤਾਂ ਇਹ ਗਧੇ ਦੀ ਬਿਲਕੁਲ ਠੀਕ ਹੈ ਕਿ ਜਿਹੜੀਆਂ ਭੁੱਖੀਆਂ ਮੱਖੀਆਂ ਸੀ ਹੁਣ ਇਹਦਾ ਵੱਧ ਖੂਨ ਚੂਸਣਗੀਆਂ, ਰੱਜ ਕੇ ਖੂਨ ਚੂਸਣਗੀਆਂ। ਸੋ ਹੀ ਵੀਰੋ, ਮੇਰੇ ਮਿੱਤਰੋ, ਮੇਰੇ ਬਜ਼ੁਰਗੋ, ਮੇਰੀਆਂ ਮਾਤਾਵਾਂ ਭੈਣਾਂ, ਇਹੀ ਘਟਨਾ ਸਾਡੇ ਨਾਲ ਆਏ ਸਾਲ 5 ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵਾਪਰਦੀ ਹੈ। ਜਦੋਂ ਲੋਕਾਂ ਦੇ ਵਿੱਚ ਗੁੱਸਾ ਜਾਂ ਲੋਕਾਂ ਦੇ ਨਾਲ ਧੱਕਾ, ਜਾਂ ਲੋਕ ਬੇਰੁਜ਼ਗਾਰੀ ਦੇ ਵਿੱਚ ਧੱਕੇ ਹੁੰਦੇ ਹਨ, ਜਾਂ ਇਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਜਾਂ ਇਹ ਤਰ੍ਹਾਂ ਕਰਦੇ ਭੁੱਖਮਰੀ ਦੇ ਨਾਲ ਮਨ ਦੇ ਵਿੱਚ ਗੁੱਸਾ ਲੈ ਕੇ ਇਹ ਖੜ੍ਹੇ ਹੁੰਦੇ ਆ, ਤਾਂ ਫਿਰ ਇਹ ਕਹਿੰਦੇ ਆ ਵੀ ਯਾਰ ਕੋਈ ਬਦਲਵਾਂ ਹੱਲ ਕੱਢੀਏ, ਕੋਈ ਇਹੋ ਜਿਹਾ ਕੋਈ ਸਿਸਟਮ ਬਣਾਈਏ ਜਿੱਥੇ ਸਾਨੂੰ ਕੋਈ ਰਾਹਤ ਮਿਲੇ ਅਤੇ ਸਾਡੀ ਗਰੀਬੀ, ਕੰਗਾਲੀ, ਭੁੱਖਮਰੀ ਤੋਂ ਸਾਨੂੰ ਨਿਜਾਤ ਮਿਲੇ। ਉਹ ਜਿਹਾ ਕੋਈ ਪਲੇਟਫਾਰਮ ਭਾਲਦੇ ਆ। ਹੁਣ ਇਹ ਜਿਹਾ ਪਲੇਟਫਾਰਮ ਕਿੱਥੋਂ ਮਿਲ ਸਕਦਾ ਹੈ ਵੀਰੋ? ਮੈਂ ਤੁਹਾਨੂੰ ਸਵਾਲ ਕਰਦਾ, ਅਜਿਹਾ ਪਲੇਟਫਾਰਮ ਕਿੱਥੋਂ ਪ੍ਰਾਪਤ ਹੋ ਸਕਦਾ? ਅਸੀਂ ਅਕਾਲੀ ਵੀ ਦੇਖ ਲਏ, ਅਸੀਂ ਕਾਂਗਰਸੀਏ ਵੀ ਦੇਖ ਲਏ, ਅਸੀਂ ਆਮ ਆਦਮੀ ਪਾਰਟੀ ਨੂੰ ਵੀ ਐਤਕੀ ਮੌਕਾ ਵੇਖ ਲਿਆ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਵੱਧ ਤੋਂ ਬੱਤਰ ਹੋ ਚੁੱਕੇ ਨੇ। ਹੁਣ ਤੁਸੀਂ ਦੱਸੋ ਵੀ ਇਹ ਪਲੇਟਫਾਰਮ ਸਹੀ ਹੈ? ਜੇ ਕਾਂਗਰਸੀ ਆਉਂਦੇ ਨੇ, ਕਾਂਗਰਸੀ ਵੀ ਇੱਦਾਂ ਹੀ ਕਰਦੇ ਨੇ, ਭੁੱਖਿਆਂ ਦੀ ਤਰ੍ਹਾਂ, ਇੱਕ ਚੁਟਕਲੇ ਦੀ ਤਰ੍ਹਾਂ, ਉਹ ਗਧੇ ਦੀ ਚੁਟਕਲੇ ਦੀ ਤਰ੍ਹਾਂ ਸਾਡੇ ਖੂਨ ਨੂੰ ਰੱਜ ਕੇ ਪੀਂਦੇ ਨੇ। ਅਸੀਂ ਸਿਆਣੇ ਬਜ਼ੁਰਗ ਜਿਹੜੇ 18 ਸਾਲ ਦੀ ਉਮਰ ਤੱਕ ਨੇ, ਉਹਨਾਂ ਦੇ ਸਾਰੀਆਂ ਦੀਆਂ ਵੋਟਾਂ ਬਣੀਆਂ, ਭੈਣਾਂ ਦੀਆਂ, ਬੀਬੀਆਂ ਦੀਆਂ, ਮਾਤਾਵਾਂ ਦੀਆਂ, ਬਜ਼ੁਰਗਾਂ ਦੀਆਂ, ਉਹ ਸਾਰੇ ਆਪਦਾ ਗੁੱਸਾ ਉਸ 5 ਸਾਲਾਂ ਦੇ ਵੋਟਾਂ ਦੇ ਵਿੱਚ ਕੱਢਦੇ ਆ ਕਿ ਅਸੀਂ ਨਵਾਂ ਪਲੇਟਫਾਰਮ ਬਣਾਉਣਾ, ਅਤੇ ਨਵੇਂ ਪਲੇਟਫਾਰਮ ਬਣਾਉਣ ਦੇ ਵਿੱਚ ਸਾਨੂੰ ਇੱਕ ਸਕੂਨ ਮਿਲੇਗਾ, ਸਾਨੂੰ ਬੇਰੁਜ਼ਗਾਰੀ ਜਿਹੜੀ ਤੋਂ ਰਾਹਤ ਮਿਲੂਗੀ, ਸਾਨੂੰ ਗਰੀਬੀ ਦੇ ਵਿੱਚੋਂ ਕੱਢਿਆ ਜਾਊਗਾ। ਤਾਂ ਇਹਦੇ ਬਿਲਕੁਲ ਉਲਟ ਹੁੰਦਾ ਵੀਰੋ। ਕਿਸੇ ਦੀ ਵੀ ਗਰੀਬੀ ਕੱਟੀ ਗਈ, ਕਿਸੇ ਨੂੰ ਰੁਜ਼ਗਾਰ ਮਿਲਿਆ, ਜਾਂ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚ ਗਈ, ਜਾਂ ਕਿਸੇ ਦੇ ਧੱਕਾ ਹੋਣਾ ਬਚ ਗਿਆ, ਜਾਂ ਕਿਸੇ ਬੱਚੇ ਨੂੰ ਵਧੀਆ ਐਜੂਕੇਟ ਕੀਤਾ ਗਿਆ, ਜਾਂ ਕਿਸੇ ਬੱਚੇ ਨੂੰ ਪੜ੍ਹਾਈ ਮਿਲ ਗਈ। ਕਿੰਨੀਆਂ ਸਹੂਲਤਾਂ ਸਾਨੂੰ ਅੱਜ ਤੱਕ ਮਿਲੀਆਂ, ਤੁਸੀਂ ਗਿਣਾਓ। ਫਿਰ ਬਦਲਵਾਂ ਹੱਲ ਕੀ ਹੈ?
ਫਿਰ ਕੀ ਫਾਇਦਾ ਸਾਨੂੰ ਵੋਟਾਂ ਪਾਉਣ ਦਾ। ਕਿਉਂ ਇਸ ਅਜਿਹੇ ਸਿਸਟਮ ਦੇ ਵਿੱਚ ਤੁਸੀਂ ਲੱਗੇ ਹੋ ਕਿ 25 ਸਾਲੀ ਵੋਟਾਂ ਪਾਓ ਅਤੇ ਅਸੀਂ ਆਪਦਾ ਮਤਲਬ ਬਦਲਵਾਂ ਹੱਲ ਕੱਢਦੇ ਹਾਂ। ਇਸ ਬਦਲਵੇਂ ਹੱਲ ਦੇ ਨਾਲ ਵੀਰ ਜੀ ਕੁਝ ਨਹੀਂ ਬਚਣਾ, ਕੁਛ ਨਹੀਂ ਸਵਾਰਿਆ ਜਾਣਾ। 5 ਸਾਲੀ ਬਾਅਦ ਆਉਣਗੇ ਅਤੇ 5 ਸਾਲੀ ਵੋਟਾਂ ਲੈ ਕੇ ਚਲੇ ਜਾਣਗੇ, ਪਰ ਗਰੀਬ ਜਨਤਾ ਦਾ, ਆਮ ਪਬਲਿਕ ਦਾ ਕੁਛ ਵੀ ਨਹੀਂ ਸਵਾਰਿਆ ਜਾਂਦਾ। ਇੱਕ ਬਹੁਤ ਮੰਦਭਾਗੀ ਘਟਨਾ ਹੀ ਹੁੰਦੀ ਆ। ਆਏ ਵਾਰੀ ਇਹ ਪ੍ਰਕਿਰਿਆ ਵਾਪਰਦੀ ਹੈ ਸਾਡੇ ਨਾਲ, ਆਏ ਵਾਰ ਹੀ ਸਾਡੇ ਨਾਲ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਸਾਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਕਿ ਯਾਰ ਜਿਹੜੀ ਸਰਕਾਰ ਨੂੰ ਅਸੀਂ ਬੜੇ ਤਨ ਮਨ ਅਤੇ ਚਾਅ ਦੇ ਨਾਲ ਬਣਾਇਆ ਹੋਵੇ, ਉਹ ਸਰਕਾਰ ਨਿਕੰਮੀ ਹੋਵੇ, ਉਹ ਸਰਕਾਰ ਦੇ ਬਣਾਇਆ ਸਾਡਾ ਕੁਛ ਸਵਾਰਿਆ ਨਾ ਜਾਵੇ, ਤਾਂ ਇਹੋ ਜਿਹੀ ਸਰਕਾਰ ਨੂੰ ਯਾਰ ਫਿੱਟ ਲਾਹਣਤ ਯਾਰ, ਕੀ ਫਾਇਦਾ ਯਾਰ। ਇਹੋ ਜਿਹੇ ਰਾਜੇ ਨੂੰ ਬਣਾਉਣ ਦਾ ਅਧਿਕਾਰ ਨਹੀਂ, ਇਹੋ ਜਿਹੇ ਰਾਜੇ ਨੂੰ ਰਾਜਗੱਦੀ 'ਤੇ ਬੈਠਣ ਦਾ ਅਧਿਕਾਰ ਨਹੀਂ। ਹੁਣ ਵੀਰ ਜੀ ਇੱਕ ਐਗਜ਼ਾਮਪਲ ਦੇਵਾਂ ਕਿ ਪੈਨ, ਇੱਕ ਜਿਹੜਾ ਪੈਨ ਆ ਆਪਾਂ ਲਿਖਦੇ ਹਾਂ ਜਿਸ ਪੈਨ ਦੇ ਨਾਲ, ਪੈਨ ਲਿਖਣ ਦਾ ਇੱਕ ਪ੍ਰਤੀਕ ਹੈ। ਪੈਨ ਨਾਲ ਲਿਖਿਆ ਜਾਂਦਾ ਕੁਛ, ਉਕਾਰਿਆ ਜਾਂਦਾ ਹੈ, ਕਾਪੀ ਦੇ ਕੁਝ ਲਿਖੇ ਸ਼ਬਦ ਲਿਖੇ ਜਾਂਦੇ ਆ। ਹੁਣ ਮੇਰੀ ਜੇਬ ਦੇ ਵਿੱਚ ਪੈਨ ਹੋਵੇ ਪਰ ਉਹ ਚੱਲਦਾ ਨਾ ਹੋਵੇ, ਤਾਂ ਉਹਨੂੰ ਮੈਂ ਪਾਈ ਬੈਠਾ ਹੋਵੇ ਪੈਨ ਦੇ ਵਿੱਚ, ਅਤੇ ਕੋਈ ਮੇਰਾ ਸੱਜਣ ਮੇਰੇ ਤੋਂ ਕੋਈ ਪੈਨ ਦੀ ਮੰਗ ਕਰੇ ਕਿ ਬਾਈ ਆ ਪੈਨ ਦਈ, ਮੈਂ ਸਾਈਨ ਕਰਨੇ ਜਾਂ ਮੈਂ ਚੈੱਕ ਭਰਨਾ, ਤਾਂ ਮੈਂ ਅੱਗੋਂ ਵੀਰ ਨੂੰ ਕਹਾਂ ਵੀ ਵੀਰ ਜੀ ਇਹ ਤਾਂ ਪੈਨ ਹੀ ਨਹੀਂ ਚੱਲਦਾ। ਹੁਣ ਪੈਨ ਚੱਲਣ ਦਾ ਪ੍ਰਤੀਕ ਹੈ। ਬੰਦ ਹੋਏ ਕਿਸੇ ਪੈਨ ਦੀ ਕੋਈ ਵੈਲਿਊ ਨਹੀਂ, ਕੋਈ ਉਹਦੀ ਕੀਮਤ ਨਹੀਂ, ਆਨੇ ਦੀ ਵੀ ਕੀਮਤ ਨਹੀਂ। ਅਤੇ ਜਿਹੜੇ ਸੱਜਣ ਨੂੰ ਮੈਂ ਕਿਹਾ ਹੋਵੇ ਵੀ ਯਾਰ ਇਹ ਤਾਂ ਚੱਲਦਾ ਹੀ ਨਹੀਂ, ਤਾਂ ਫਿਰ ਉਹ ਭੱਦਰ ਪੁਰਸ਼ ਨੇ ਮੈਨੂੰ ਕੀ ਕਹਿਣਾ ਵੀ ਜੇ ਇਹ ਚੱਲਦਾ ਹੀ ਨਹੀਂ ਤਾਂ ਇਹਨੂੰ ਜੇਬ 'ਚ ਪਾਉਣ ਦਾ ਫਾਇਦਾ ਕੀ ਹੈ, ਕਿਉਂ ਪਾਇਆ ਹੋਇਆ ਪੈਨ। ਹੁਣ ਇੱਕ ਘੜੀ ਦੀ ਸੇਮ ਹੀ ਮਿਸਾਲ ਇਹ ਹੈ ਵੀ ਇੱਕ ਘੜੀ ਹੈ ਵੀਰੋ, ਇੱਕ ਘੜੀ ਹੈ, ਘੜੀ ਟਾਈਮ ਦੱਸਦੀ ਹੈ। ਜਿਵੇਂ ਇਹ ਘੜੀ ਆਪਦੇ ਗੁੱਟ 'ਤੇ ਬਣਤੀ, ਟਾਈਮ ਉਹ ਦੱਸਦੀ ਨਹੀਂ। ਹੁਣ ਮੇਰੇ ਕੇ ਸੱਜਣ ਨੇ ਮੈਨੂੰ ਪੁੱਛਿਆ ਵੀ ਟਾਈਮ ਦੱਸੋ, ਘੜੀ ਤੋਂ ਵੇਖੋ ਵੀ ਟਾਈਮ ਕਿੰਨਾ ਹੋਇਆ। ਅਤੇ ਜੇ ਮੈਂ ਉਹਨੂੰ ਇਹ ਗੱਲ ਕਹਾਂ ਕਿ ਭਾਈ ਮੇਰੀ ਘੜੀ ਖਰਾਬ ਹੈ, ਇਹ ਟਾਈਮ ਨਹੀਂ ਦੱਸਦੀ, ਅਤੇ ਸੱਜਣ ਨੇ ਕਹਿਣਾ ਵਾਹ, ਜੇ ਟਾਈਮ ਨਹੀਂ ਦੱਸਦੀ ਤਾਂ ਵੀਰ ਮੇਰਾ ਇਹਨੂੰ ਬੰਨ੍ਹਿਆ ਕਿਉਂ ਹੈ, ਉਤਾਰ ਕੇ ਸੱਟ ਦੇ ਇਹਨੂੰ ਪਾਸੇ। ਘੜੀ, ਪੈਨ, ਇਹ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਇੱਕ ਇਹਨਾਂ ਦੀ ਕੀਮਤ ਹੈ, ਵਰਤਿਆ ਜਾਂਦਾ ਕਿਸੇ ਢੰਗ ਦੇ ਵਿੱਚ। ਜੇ ਇਹ ਨਕਾਰਾਂ ਨੇ, ਬੇਕਾਰ ਨੇ, ਤਾਂ ਅਸੀਂ ਇਸੇ ਤਰ੍ਹਾਂ ਹੀ 5 ਸਾਲਾਂ ਬਾਅਦ ਇੱਦਾਂ ਕਰਦੇ ਹਾਂ। 5 ਸਾਲੀ ਅਸੀਂ ਲੀਡਰਾਂ ਨੂੰ ਬਦਲਦੇ ਹਾਂ, ਪੈਨ ਦੀ ਤਰ੍ਹਾਂ, ਘੜੀ ਦੀ ਤਰ੍ਹਾਂ। ਜਦੋਂ ਸਾਡਾ ਕੁਝ ਸਵਾਰਦੇ ਨਹੀਂ, ਸਾਨੂੰ ਬੜਾ ਗੁੱਸਾ ਹੁੰਦਾ ਅਤੇ ਅਸੀਂ ਵੋਟਾਂ ਪਾ ਕੇ ਟੀਂਗ ਦਾ ਬਟਨ ਦਬਾ ਕੇ ਅਸੀਂ ਗੁੱਸਾ ਕੱਢਦੇ ਹਾਂ ਵੀ ਆਹ ਚੱਕ, ਅਸੀਂ ਹੁਣ ਤੈਨੂੰ ਅਸੀਂ ਬਦਲ ਦਿੱਤਾ, ਤੂੰ ਸਾਡਾ ਫਾਇਦਾ ਨਹੀਂ ਕੀਤਾ। ਘੜੀ ਦੇ ਵਾਂਗੂ ਸਹੀ ਸਾਨੂੰ ਟਾਈਮ ਨਹੀਂ ਦਿੱਤਾ, ਪੈਨ ਦੇ ਵਾਂਗੂ ਤੂੰ ਸਾਡੇ ਸਹੀ ਹੱਕ ਦੇ ਵਿੱਚ ਲਿਖਿਆ ਨਹੀਂ, ਇਸ ਵਾਸਤੇ ਤੈਨੂੰ ਅਸੀਂ ਬਦਲ ਦਿੱਤਾ। ਅਤੇ 25 ਸਾਲੀ ਬਾਅਦ ਇਹ ਵੋਟਾਂ ਪਾ ਕੇ ਬਦਲਦੇ ਨੇ, ਅਤੇ ਫਿਰ ਵੀ ਇਹਨਾਂ ਦੇ ਨਾਲ ਧੋਖਾ ਹੁੰਦਾ। ਮੈਂ ਕਹਾਂਗਾ ਜਨਤਾ ਦੇ ਨਾਲ ਧੋਖਾ ਹੁੰਦਾ। ਅਤੇ ਜਿਹੜੇ ਲੀਡਰ ਵੋਟਾਂ ਲੈ ਕੇ ਰਾਜ ਗੱਦੀਆਂ 'ਤੇ ਸਥਾਪਿਤ ਹੁੰਦੇ ਨਾ, ਬੈਠਦੇ ਆ, ਉਹ ਜਨਤਾ ਨੂੰ ਬੇਵਕੂਫ, ਜਨਤਾ ਦੇ ਨਾਲ ਧੋਖਾ ਕਰਦੇ ਹੁੰਦੇ ਆ। ਮੈਂ ਕਹਿੰਦਾ ਇਹਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲ ਸਕਦੀ ਯਾਰ। ਜਦੋਂ ਤੁਸੀਂ ਲਾਰੇ ਹੀ ਲਾਉਣੇ ਆ, ਤੁਸੀਂ ਕਿਸੇ ਦਾ ਕੁਝ ਸਵਾਰਨਾ ਹੀ ਨਹੀਂ, ਤਾਂ ਫਿਰ ਯਾਰ ਜਨਤਾ ਨੂੰ ਬੇਵਕੂਫ ਕਿਉਂ ਬਣਾਉਣ 'ਤੇ ਤੁਲੇ ਹੋਏ ਹੋ? ਕਿਉਂ ਜਨਤਾ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਹੋ ਯਾਰ? ਸੋਚੋ ਯਾਰ, ਇੰਨੇ ਐਜੂਕੇਟ ਹੋ ਕੇ, ਇੰਨੀਆਂ ਪੜ੍ਹ ਕੇ ਤੁਸੀਂ ਯਾਰ ਝੂਠ ਮਾਰਦੇ ਫਿਰਦੇ ਹੋ, ਤੁਸੀਂ ਲੋਕਾਂ ਨੂੰ ਲਾਰੇ ਲਾਉਂਦੇ ਫਿਰਦੇ ਹੋ ਯਾਰ। ਉਹ ਯਾਰ 70 ਸਾਲ ਹੋ ਗਏ ਲਾਰਿਆਂ ਦੇ ਵਿੱਚ ਹੀ ਲੰਘ ਗਈ ਗਰੀਬਾਂ ਦੀ, ਉਹ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਤਾਂ ਇੱਕ ਕੁੱਲੀ ਵੀ ਨਹੀਂ ਸਵਾਰੀ ਗਈ। ਅੱਜ ਵੀ ਉਹਨਾਂ ਦੇ ਕਈ ਵੀਡੀਓ ਮੈਂ ਦੇਖਦਾ, ਉਹਨਾਂ ਦੇ ਘਰਾਂ ਦੇ ਵਿੱਚ ਛੱਤਾਂ ਬਾਲੇ ਵਾਲੀਆਂ ਛੱਤਾਂ ਹੁੰਦੀਆਂ, ਕਾਨੇ ਵਾਲੀਆਂ ਛੱਤਾਂ ਹੁੰਦੀਆਂ, ਤਾਂ ਤਰਪਾਲਾਂ ਪਾਈਆਂ ਹੁੰਦੀਆਂ, ਜਿਹੜੀਆਂ ਅੱਜ ਵਿੱਚ ਹੁੰਦੀਆਂ ਯਾਰ। ਅਤੇ ਯਾਰ 70 ਸਾਲ ਹੋ ਗਏ ਯਾਰ, ਤੁਹਾਡੇ ਤੋਂ ਅੱਜ ਤੱਕ ਇਹ ਮੁੱਦੇ ਸਵਾਰੇ ਹੀ ਕਿਉਂ ਨਹੀਂ ਗਏ? ਲੋਕ ਯਾਰ ਬਾਹਰ UK, ਕੈਨੇਡਾ, ਇਹਨਾਂ ਦੇਸ਼ਾਂ ਦੇ ਵਿੱਚ ਪਹੁੰਚਦੇ ਆ, ਜਾਂਦੇ ਆ ਯਾਰ। ਕਿਉਂ ਜਾਂਦੇ ਆ? ਸਿਸਟਮ ਦੇ ਦਰਦੇ ਮਾਰੇ ਤੋਂ ਜਾਂਦੇ ਵੀ ਇੱਥੋਂ ਦੇ ਪੰਜਾਬ ਦਾ, ਇੰਡੀਆ ਦਾ ਸਿਸਟਮ ਖਤਮ ਹੋ ਚੁੱਕਿਆ। ਇੱਥੇ ਕੋਈ ਵੀ ਤਰੀਕੇ ਦੇ ਨਾਲ ਇੱਕ ਸਿਸਟਮਾਈਜ਼ ਜਾਂ ਇਹਨੂੰ ਤਰੀਕੇ ਦੇ ਨਾਲ ਕੋਈ ਇਹਨੂੰ ਚਲਾ ਨਹੀਂ ਰਿਹਾ। ਇਹਨੂੰ ਲਾਮਬੰਦ ਕਰਨ ਦਾ ਤਰੀਕਾ ਨਹੀਂ ਹੈ ਕਿਸੇ ਨੂੰ ਵੀ ਕਿਸ ਤਰ੍ਹਾਂ ਅਸੀਂ ਆਪਦੇ ਸਿਸਟਮ ਨੂੰ ਚਲਾਉਣਾ। ਕੋਈ ਯਾਰ ਮੈਂ ਇੱਕ ਪੁੱਛਣਾ ਚਾਹੁੰਦਾ, ਕੋਈ ਵੀ ਅਜਿਹਾ ਇਨਸਾਨ ਨਹੀਂ ਆ
ਧਰਤੀ ਦੇ ਉੱਤੇ ਵੀ ਜਿਹੜਾ ਇਹਨੂੰ ਚਲਾ ਸਕੇ ਸਹੀ ਯਾਰ। ਸਾਰੇ ਯਾਰ ਲੋਟੂ ਹੁੰਦੇ ਨੇ ਯਾਰ, ਸਾਰੇ ਲਾਰੇ ਲਾ ਕੇ ਤੇ ਆਪਦੀਆਂ ਗੱਦੀਆਂ 'ਤੇ ਬੈਠ ਜਾਂਦੇ ਨੇ ਯਾਰ। ਉਸ ਤੋਂ ਬਾਅਦ ਕਿਸੇ ਜਨਤਾ ਦਾ ਯਾਰ ਹਾਲ ਹੀ ਨਹੀਂ ਪੁੱਛਦੇ ਯਾਰ ਬੜੀ ਮੰਦਭਾਗੀ ਗੱਲ ਹੁੰਦੀ ਹੈ ਯਾਰ। ਕਿਉਂ ਲੋਕ ਧਰਨੇ ਲਾ ਰਹੇ ਨੇ, ਵਾਰੀ ਵਾਰੀ ਕਿਉਂ ਧਰਨੇ ਲਾਉਣ ਦਾ ਮੌਕਾ ਦਿੱਤਾ ਜਾ ਰਿਹਾ ਯਾਰ। ਜੇ ਕਹਿੰਦੇ ਨਾ ਬੱਚਾ ਰੋ ਰਿਹਾ ਨਾ ਤਾਂ ਉਹ ਕਿਸੇ ਗੱਲ ਤੋਂ ਰੋ ਰਿਹਾ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਹੈ। ਜੇ ਭੁੱਖ ਲੱਗੀ ਆ ਨਾ ਤਾਂ ਉਹ ਤਾਂ ਹੀ ਰੋਂਦਾ। ਤਾਂ ਜਿੰਨਾ ਚਿਰ ਕਹਿੰਦੇ ਨਾ ਬੱਚਾ ਰੋਵੇ ਨਾ ਉਹਨਾਂ ਚਿਰ ਬੱਚੇ ਦੀ ਮਾਂ ਬੱਚੇ ਨੂੰ ਦੁੱਧ ਨਹੀਂ ਦਿੰਦੀ। ਅਸੀਂ ਤਾਂ ਯਾਰ ਰੋ ਕੇ ਵੀ ਦੇਖ ਲਿਆ ਅਤੇ ਗਰੀਬਾਂ ਨੂੰ ਮਿਲਿਆ ਕੀ ਆ, ਕੁਛ ਵੀ ਨਹੀਂ। 70 ਸਾਲ ਹੋ ਗਿਆ ਰੋਂਦਿਆਂ ਨੂੰ ਯਾਰ। ਉਹ ਮਾਂ ਨੇ ਤਾਂ ਯਾਰ 1 ਮਿੰਟ ਨਾ ਹੋਵੇ ਨਾ, ਵੱਧ ਤੋਂ ਵੱਧ 2 ਮਿੰਟ ਰੋਲੂਗਾ ਅਤੇ ਤੀਜੀ ਵਾਰੀ ਤੁਹਾਨੂੰ ਯਾਰ ਦੁੱਧ ਦੇਣਾ ਹੀ ਪਊ। ਤਾਂ ਸਾਨੂੰ ਤਾਂ ਯਾਰ 70 ਸਾਲ ਹੋ ਗਏ, ਸਾਨੂੰ ਤਾਂ ਯਾਰ ਦੁੱਧ ਮਿਲਿਆ ਹੀ ਨਹੀਂ ਯਾਰ। 70 ਸਾਲ ਹੋ ਗਏ ਯਾਰ ਵੋਟਾਂ ਪਾ ਕੇ ਹੱਥ ਕਾਲੇ ਕਰਾ ਲਏ ਯਾਰ, ਹੱਥ ਕਾਲੇ ਕਰਾ ਲਏ ਆ। ਉਹ ਯਾਰ ਕਹਿੰਦੇ 12 ਸਾਲਾਂ ਬਾਅਦ ਤਾਂ ਯਾਰ ਰੂੜੀ ਦੇ ਵੀ ਸੁਣੀ ਜਾਂਦੇ। 70 ਸਾਲਾਂ ਦੇ ਵਿੱਚ 12 ਸਾਲਾਂ ਬਾਅਦ ਹੀ ਸੁਣ ਲਓ, ਉਹਨਾਂ ਵਿੱਚੋਂ ਮਾਈਨਸ ਕਰ ਦਿਓ ਯਾਰ 70 ਸਾਲਾਂ ਨੂੰ। ਬਾਕੀ ਦੇ ਤਾਂ ਯਾਰ ਟਾਈਮ ਪਾਸ ਕਰ ਦਿਓ ਲੋਕਾਂ ਦਾ, ਜਨਤਾ ਦਾ, ਜਿਹੜੇ ਵਾਅਦੇ ਕੀਤੇ ਹੋਏ ਵੱਡੇ ਉਹਨਾਂ ਦੇ ਵਿੱਚ ਤਾਂ ਉਹਨਾਂ ਦਾ ਕੁਛ ਸਵਾਰ ਦਿਓ ਯਾਰ। ਉਹ ਲੀਡਰੋ ਯਾਰ, ਕਿਹੜਾ ਦਿਨ ਐਸਾ ਆਊਗਾ ਜਿਸ ਦਿਨ ਯਾਰ ਜਨਤਾ ਸੁੱਖ ਦਾ ਆਨੰਦ ਮਾਣੂਗੀ ਯਾਰ। ਕੋਈ ਐਸਾ ਦਿਨ ਆਊਗਾ ਜਿੱਥੇ ਯਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਦਾ ਹੋਵੇ, ਜਿੱਥੇ ਦਿਹਾੜੀਦਾਰ ਨੂੰ ਪੂਰੀ ਦਿਹਾੜੀ ਮਿਲਦੀ ਹੋਵੇ ਅਤੇ ਆਪਦੇ ਬੱਚਿਆਂ ਦੇ ਵਾਸਤੇ ਪਾਲਣ ਪੋਸ਼ਣ ਸਹੀ ਤਰੀਕੇ ਦੇ ਨਾਲ ਕਰਦਾ ਹੋਵੇ ਯਾਰ ਕਦੋਂ ਉਹ ਦਿਨ ਆਏਗਾ ਯਾਰ। ਮੈਂ ਸੋਚਦਾ ਹਾਂ ਵੀ ਯਾਰ ਕਦੋਂ ਉਹ ਦਿਨ ਆਵੇਗਾ ਯਾਰ। ਬੜਾ ਵੱਡਾ ਇੱਕ ਲਾਰਾ ਲਾਇਆ ਸੀ ਯਾਰ, ਬਦਲਾਓ। ਪਰ ਅੱਜ ਬਦਲਾਅ ਕਰਕੇ ਦੇਖ ਲਿਆ ਤੁਸੀਂ, ਕਿੰਨੇ ਕੁ ਤੁਸੀਂ ਸਕੂਨ, ਕਿੰਨੀ ਕੁ ਤੁਹਾਨੂੰ ਆਨੰਦ ਮਿਲ ਰਿਹਾ ਯਾਰ। ਕਿੰਨੇ ਕਤਲ ਹੋ ਗਏ ਯਾਰ ਪੰਜਾਬ ਦੇ ਵਿੱਚ, ਕਿੰਨਾ ਭ੍ਰਿਸ਼ਟਾਚਾਰ ਵੱਧ ਗਿਆ, ਕਿੰਨੀ ਹਾਹਾਕਾਰ ਮਚ ਰਹੀ ਹੈ ਯਾਰ। ਕਿਸੇ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕਿੰਨੇ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਆ। ਭਗਵੰਤ ਮਾਨ ਜੀ, ਕਿਸੇ ਟਾਈਮ ਤੁਸੀਂ ਇਹ ਗੱਲ ਕਹੀ ਸੀ, ਕਹਿੰਦੇ ਵੀ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ, ਅਤੇ ਅੱਜ ਭਗਵੰਤ ਮਾਨ ਦੀਆਂ ਅੱਖਾਂ ਬੰਦ ਨੇ। ਕਿੰਨੀਆਂ ਜਥੇਬੰਦੀਆਂ ਦਿਖਾਦਾ ਪੰਜਾਬ ਦੇ ਵਿੱਚ, ਕਿੰਨੀਆਂ ਜਥੇਬੰਦੀਆਂ ਧਰਨਾ ਲਾ ਰਹੀਆਂ ਨੇ ਯਾਰ। ਉਹ ਬੱਚੇ ਨੂੰ ਰੋਂਦਿਆਂ ਨੂੰ ਦੇਖ ਨਹੀਂ ਰਹੇ ਤੁਸੀਂ, ਕਿਉਂ ਰੋ ਰਿਹਾ ਯਾਰ। ਕੋਈ ਸ਼ੌਂਕ ਹੈ ਧਰਨੇ ਲਾਉਣ ਦਾ, ਕਿਸੇ ਨੂੰ ਮਜ਼ਾਰੇ ਕਰਨ ਦਾ, ਆਪਦਾ ਟਾਈਮ ਵੇਸਟ ਕਰਨ ਦਾ ਯਾਰ ਕਿਸੇ ਨੂੰ ਸ਼ੌਂਕ ਹੈ? ਕੋਈ ਸ਼ੌਂਕ ਨਹੀਂ ਵੀਰ, ਇਹ ਮਜਬੂਰੀ ਬਣ ਚੁੱਕੀ ਹੈ। ਅਤੇ ਵੀਰ ਜੀ ਇਹੀ ਬੇਨਤੀ ਕਰਦਾ ਕਿ ਇਹੋ ਜਿਹੀਆਂ ਦਲਦਲ ਦੇ ਵਿੱਚੋਂ ਨਿਕਲੋ ਤਾਂ ਆਪਦਾ ਲਾਮਬੰਦੀ ਕਰਕੇ ਕੋਈ ਵੀ ਕਾਰਜ ਨਾ ਤੁਸੀਂ ਆਪ ਖੁਦ ਸਵਾਰ ਸਕਦੇ ਹੋ। ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੇਵੀ ਦੇਵਤਿਆਂ ਨੇ ਵੀ ਇਹ ਕਿਹਾ ਹੈ, ਉਹਨਾਂ ਦੀ ਗੱਲ ਨੂੰ ਮੰਨੋ ਅਤੇ ਇਕੱਠ ਕਰੋ। ਇਕੱਠ ਕਰਕੇ ਹੀ ਸਾਡੇ ਵਿੱਚ ਸ਼ਕਤੀ ਅਤੇ ਤਾਕਤ ਬਣ ਸਕਦੀ ਹੈ। ਕਿਸੇ ਅਫਸਰ ਤੋਂ ਅਸੀਂ ਕੰਮ ਲੈ ਸਕਦੇ ਹਾਂ। ਜੇ ਅਫਸਰ ਵੀ ਕੰਮ ਨਹੀਂ ਕਰਦਾ ਨਾ, ਤਾਂ ਮੈਂ ਕਹਿੰਦਾ ਇੱਕ ਪੈਨ ਦੀ ਤਰ੍ਹਾਂ ਸਰਕਾਰ ਨੂੰ ਇੱਕ ਅਥੋਰਟੀ ਦੇਣੀ ਚਾਹੀਦੀ ਹੈ ਵੀ ਜਿਹੜੀ ਪਬਲਿਕ ਦੇ ਸਰਵੈਂਟ, ਪਬਲਿਕ ਦੇ ਕੰਮ ਨਾ ਸਵਾਰਨ। ਨਕਾਰੇ ਹੋਏ ਪੈਨ ਦੀ ਤਰ੍ਹਾਂ ਆਪਾਂ ਪੈਨ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਸਿੱਟਦੇ ਨੇ ਨਾ, ਇਸੇ ਤਰ੍ਹਾਂ ਹੀ ਉਹ ਸਰਵੈਂਟ ਜਿਹੜੇ ਪਬਲਿਕ ਦੇ ਸਰਵੈਂਟ ਜਿਹੜੇ ਮੁਲਾਜ਼ਮ ਹੁੰਦੇ ਨੇ, ਉਹਨਾਂ ਨੂੰ ਵੀ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਦੋਂ ਉਹ ਜਨਤਾ ਦਾ ਕੰਮ ਨਾ ਕਰਨ, ਅਤੇ ਉਹਨਾਂ ਨੂੰ ਨਕਾਰੇ ਪੈਨ ਦੀ ਤਰ੍ਹਾਂ ਦਫ਼ਤਰ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ। ਇੱਕ ਨਕਾਰੇ ਟਾਈਮ ਪੀਸ ਦੀ ਤਰ੍ਹਾਂ, ਇੱਕ ਨਕਾਰੇ ਵਾਚ ਦੀ ਤਰ੍ਹਾਂ, ਘੜੀ ਦੀ ਤਰ੍ਹਾਂ ਉਹਨਾਂ ਨੂੰ ਵੀ ਲਾ ਕੇ ਸੁੱਟ ਦੇਣਾ ਚਾਹੀਦਾ, ਜਿਹੜੇ ਲੋਕ ਜਨਤਾ ਦੀ ਹਾਮੀ ਨਹੀਂ ਭਰਦੇ, ਜਿਹੜੇ ਜਨਤਾ ਨੂੰ ਖੱਜਲ ਖੁਆਰ ਕਰਦੇ ਨੇ। ਸਾਰੇ ਅਫਸਰ ਇੱਕੋ ਜਿਹੇ ਨਹੀਂ ਹੁੰਦੇ, ਮੈਂ ਇਹ ਵੀ ਗੱਲ ਕਰਦੇ ਹਾਂ, ਸਾਰੇ ਅਫਸਰ ਇੱਕੋ ਜਿਹੇ ਨਹੀਂ ਹੁੰਦੇ। ਅਫਸਰਾਂ ਦੇ ਵਿੱਚ ਵੀ ਫਰਕ ਹੋ ਸਕਦਾ ਹੈ, ਅਤੇ ਉਹਨਾਂ ਅਫਸਰਾਂ ਨੂੰ ਮੇਰਾ ਸਲੂਟ ਹੈ ਜਿਹੜੇ ਜਨਤਾ ਦੀ ਆਵਾਜ਼ ਦੀ ਗੱਲ ਕਰਦੇ ਆ, ਜਿਹੜੇ ਜਨਤਾ ਦੇ ਹੱਕ ਦੀ ਗੱਲ ਕਰਦੇ ਆ, ਜਿਹੜੇ ਮੁਲਾਜ਼ਮ ਜਨਤਾ ਦਾ ਕੰਮ ਕਰਦੇ ਆ। ਅਤੇ ਜਿਹੜੇ ਮੁਲਾਜ਼ਮ ਅਜੇ ਤੱਕ ਵੀ ਇਹ ਗੱਲ ਨਹੀਂ ਸੁਣਦੇ, ਤਾਂ ਮੈਂ ਕਹਿੰਦਾ ਸਰਕਾਰ ਨੂੰ ਇਹ ਕਾਨੂੰਨ ਬਣਾ ਦੇਣਾ ਚਾਹੀਦਾ, ਨਕਾਰੇ ਪੈਣ ਦੀ ਤਰ੍ਹਾਂ ਅਤੇ ਘੜੀ ਦੀ ਤਰ੍ਹਾਂ ਉਹਨਾਂ ਨੂੰ ਬਾਹਰ ਸੱਟਿਆ ਜਾਣਾ ਚਾਹੀਦਾ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ, ਸ਼ੇਅਰ ਕਰ ਦੇਣਾ, ਇੰਨੀ ਕੁ ਮੇਰੀ ਗੁਜ਼ਾਰਿਸ਼ ਹੈ। ਬੇਨਤੀ ਕਰਦਾ ਕਿ ਇਹ ਤੁਹਾਨੂੰ ਗੱਲ ਮੇਰੀ ਕੋਈ ਸੱਚੀ ਲੱਗੀ ਹੋਊਗੀ ਜਾਂ ਮੈਂ ਨਹੀਂ ਕਹਿ ਸਕਦਾ ਵੀ ਤੁਹਾਨੂੰ ਚੰਗੀ ਨਾ ਲੱਗੀ ਹੋਵੇ, ਪਰ ਮੇਰੀ ਗੱਲ ਸੱਚੀ ਲੱਗੇ ਵੇ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰ ਦੇਣਾ। ਧੰਨਵਾਦ ਵੀਰ ਜੀ, ਸ਼ੁਕਰੀਆ, ਮਿਹਰਬਾਨੀ।